ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਪ੍ਰੀਤ ਸਿੰਘ। ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਇਹ ਦੂਸਰੀ ਪਾਰੀ ਹੈ। ਪਹਿਲਾਂ ਨਾਲੋਂ ਵੀ ਭਾਰੀ ਬਹੁਮਤ ਇਸ ਪਾਰੀ ਵਿੱਚ ਉਹਨਾਂ ਨੂੰ ਦੇਸ਼ ਦੀ ਆਵਾਮ ਨੇ ਦਿੱਤਾ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਅਕਸਰ ਮਨ ਕੀ ਬਾਤ ਆਦਿ ਪ੍ਰੋਗਰਾਮਾਂ ਰਾਹੀਂ ਦੇਸ਼ ਦੀ ਜਨਤਾ ਨੂੰ ਆਪਣੇ ਵਿਚਾਰ ਸੁਣਾਉਂਦੇ ਰਹਿੰਦੇ ਨੇ, ਪਰ ਲੱਗਦਾ ਹੈ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਦੇਸ਼ ਦੀ ਜਨਤਾ ਦੀ ਸੁਣਨੀ ਛੱਡ ਦਿੱਤੀ ਹੈ। ਸੁਣਨਾ ਨਹੀਂ ਚਾਹੁੰਦੇ ਜਾਂ ਸੁਣ ਕੇ ਵੀ ਅਣਸੁਣਿਆ ਕਰ ਦਿੰਦੇ ਨੇ। ਆਪਣੇ ਹੁਣ ਤੱਕ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿੱਚ ਉਹਨਾਂ ਨੇ ਨਾ ਮਾਤਰ ਮੀਡੀਆ ਇੰਟਰਵਿਊਜ਼ ਦਿੱਤੀਆਂ ਨੇ। ਜੋ ਗਿਣਵੀਆਂ ਚੁਣਵੀਆਂ ਇੰਟਰਵਿਊਜ਼ ਦਿੱਤੀਆਂ ਵੀ ਨੇ, ਉਹ ਜਾਂ ਤਾਂ ਉਹਨਾਂ ਪੱਤਰਕਾਰਾਂ ਨੂੰ ਦਿੱਤੀਆਂ ਨੇ ਜਿਹੜੇ ਸਾਰਾ ਦਿਨ ਨਿਊਜ਼ ਸਕਰੀਨ 'ਤੇ ਐਕਟਿੰਗ ਕਰਦੇ ਨੇ, ਜਾਂ ਫਿਰ ਉਹਨਾਂ ਕੁਝ ਐਕਟਰਸ ਨੂੰ ਦਿੱਤੀਆਂ ਨੇ ਜਿਹੜੇ ਐਕਟਰ ਨੇ ਪਰ ਲੱਗਦਾ ਕਿਸੇ ਫਿਲਮ ਵਾਂਗ ਹੁਣ ਮੀਡੀਆ ਦਾ ਕਿਰਦਾਰ ਨਿਭਾ ਰਹੇ ਨੇ। ਉਹ ਗਿਣਵੀਆਂ ਚੁਣਵੀਆਂ ਪ੍ਰੈਸ ਕਾਨਫਰੰਸਾਂ ਵੀ ਉਹਨਾਂ ਕੀਤੀਆਂ, ਪਰ ਪ੍ਰੈਸ ਕਾਨਫਰੰਸਿਸ ਵਿੱਚ ਆਪਣੀ ਗੱਲ ਸੁਣਾਈ, ਉਸ ਤੋਂ ਬਾਅਦ ਮੀਡੀਆ ਦੇ ਸਵਾਲ ਲਏ ਬਿਨਾਂ ਹੀ ਉਹ ਚਲੇ ਜਾਂਦੇ ਨੇ। ਆਖਰ ਸਵਾਲ ਇਹ ਖੜਾ ਹੁੰਦਾ ਹੈ ਕਿ ਅਜਿਹੀ ਕਿਹੜਾ ਕਾਰਨ ਹੈ ਜਿਹਦੇ ਕਾਰਨ ਉਹ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਉਂਦੇ ਨੇ। ਵਿਕਾਸ ਦਾ ਉਹ ਏਜੰਡਾ, ਅਕਸਰ ਉਹ ਕਹਿੰਦੇ ਆ ਕਿ ਦੇਸ਼ ਬਹੁਤ ਤਰੱਕੀ 'ਤੇ ਹੈ, ਪਰ ਫਿਰ ਉਹ ਮੀਡੀਆ ਦੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ। ਕੱਲ੍ਹ ਉਹਨਾਂ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਲੰਬਾ ਭਾਸ਼ਣ ਦਿੱਤਾ। 30 ਮਿੰਟ ਤੋਂ ਉੱਪਰ ਉਸ ਦੀ ਮਿਆਦ ਸੀ। ਹਾਲਾਂਕਿ ਉਹਨਾਂ ਦੇ ਇਸ ਭਾਸ਼ਣ ਦੇ ਵਿੱਚ ਸਿਰਫ 2-4 ਹੀ ਕੰਮ ਦੀਆਂ ਗੱਲਾਂ ਸੀ। ਇਹ 5 ਮਿੰਟ ਦਾ ਹੋ ਸਕਦਾ ਸੀ। ਬਾਕੀ ਦੇ ਭਾਸ਼ਣ ਦੇ ਵਿੱਚ ਉਹ ਸਿਰਫ ਤੁਕਬੰਦੀ ਰਾਈਮ ਸਕੀਮ ਬਣਾਉਂਦੇ ਨਜ਼ਰ ਆਏ। ਜਿਵੇਂ ਕਿ ਉਹਨਾਂ ਨੇ ਐਲ ਦੀ ਗੱਲ ਕਰੀ, ਐਲ ਫॉर ਲੇਬਰ ਦਾ ਕਿੰਨਾ ਕੁ ਕਲਿਆਣ ਸਰਕਾਰ ਨੇ ਕੀਤਾ ਉਹ ਤੁਸੀਂ ਇਸ ਲੋਕਡਾਊਨ 'ਚ ਦੇਖਿਆ ਹੀ ਹੈ। ਉਹਨਾਂ ਨੂੰ ਪੈਦਲ ਜਾਣਾ ਪਿਆ, ਲਾਠੀਆਂ ਡੰਡੇ ਖਾਣੇ ਪਏ। ਐਲ ਫॉर ਲੈਂਡ ਯਾਨੀ ਕਿ ਸਰਕਾਰੀ ਜ਼ਮੀਨਾਂ ਦਾ ਸਦਉਪਯੋਗ ਕਿਵੇਂ ਕੀਤਾ ਜਾ ਸਕਦਾ ਹੈ, ਇਹ ਵੀ ਤੁਸੀਂ ਜਾਣਦੇ ਹੋ ਕਿ ਕਿੰਨੀਆਂ ਸਰਕਾਰੀ ਜ਼ਮੀਨਾਂ 'ਤੇ ਕਿੰਨੇ ਪੋਲੀਟੀਕਲ ਘਰਾਣਿਆਂ ਦੇ ਕਬਜ਼ੇ ਨੇ। ਤੀਜਾ ਐਲ ਉਹਨਾਂ ਨੇ ਕਿਹਾ ਲਾਅ ਦੇ ਲਈ, ਕਾਨੂੰਨ ਵਿਵਸਥਾ ਦਾ ਇਸ ਦੇਸ਼ ਦੇ ਵਿੱਚ ਕੀ ਹਾਲ ਹੈ ਉਹ ਵੀ ਤੁਸੀਂ ਜਾਣਦੇ ਹੋ। ਔਰ ਚੌਥਾ ਐਲ ਲਿਕੁਇਡਿਟੀ, ਇਹ ਉਹ ਸ਼ਬਦ ਹੈ ਜਿਹਦੇ ਬਾਰੇ ਬਹੁਤਾਤ ਭਾਰਤੀ ਨਹੀਂ ਜਾਣਦੇ ਹੋਣਗੇ, ਜਿਸ ਦਾ ਸਿੱਧਾ ਜਿਹਾ ਮਤਲਬ ਹੁੰਦਾ ਹੈ ਇੱਕ ਰਕਮ। ਇਸ ਦੇਸ਼ ਦੀਆਂ ਬਹੁਤ ਮੰਗਾਂ ਨੇ। ਪ੍ਰਧਾਨ ਮੰਤਰੀ ਜੀ ਅਕਸਰ ਦੇਸ਼ ਨੂੰ ਬਹੁਤ ਕੁਝ ਦਿੰਦੇ ਵੀ ਰਹਿੰਦੇ ਨੇ, ਜਿਵੇਂ ਕਿ ਹੌਸਲਾ, ਧਰਵਾਸ, ਦਿਲਾਸਾ, ਪਰ ਇਸ ਵਾਰ ਪ੍ਰਧਾਨ ਮੰਤਰੀ ਜੀ ਨੇ ਉਹ ਚੀਜ਼ ਦੇਸ਼ ਨੂੰ ਦਿੱਤੀ ਹੈ ਜਿਸ ਦੀ ਇਸ ਦੇਸ਼ ਨੂੰ ਸੱਚਮੁੱਚ ਹੀ ਬਹੁਤ ਜ਼ਰੂਰਤ ਸੀ, ਯਾਨੀ ਕਿ 20 ਲੱਖ ਕਰੋੜ ਦਾ ਪੈਕੇਜ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਇਹ ਪੈਕੇਜ ਹੈ ਜਾਂ ਲੋਨ, ਇਸ ਦੀ ਚਰਚਾ ਆਪਾਂ ਬਾਅਦ ਦੇ ਵਿੱਚ ਕਰਾਂਗੇ, ਪਰ ਇਹ ਕਿਸ ਨੂੰ ਮਿਲੇਗਾ, ਕਿਸ ਦੇ ਜ਼ਰੀਏ ਮਿਲੇਗਾ, ਕਿਵੇਂ ਮਿਲੇਗਾ, ਇਸ ਦੀ ਪ੍ਰਧਾਨ ਮੰਤਰੀ ਜੀ ਨੇ ਆਪਣੇ ਭਾਸ਼ਣ ਦੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ। ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਸ਼ਾਮ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ ਇਸ ਦੀ ਜਾਣਕਾਰੀ ਦੇਸ਼ ਵਾਸੀਆਂ ਨੂੰ ਦੇ ਦੇਣਗੇ। ਉਹਨਾਂ ਨੇ ਇਹ ਜਾਣਕਾਰੀ ਆਪਣੇ ਭਾਸ਼ਣ ਦੇ ਵਿੱਚ ਦੱਸਣਾ ਸ਼ਾਇਦ ਜ਼ਰੂਰੀ ਨਹੀਂ ਸਮਝਿਆ। ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਔਰ ਸਭ ਤੋਂ ਜ਼ਿਆਦਾ ਲੋਕ ਖੇਤੀਬਾੜੀ ਦੇ ਕੰਮ ਦੇ ਉੱਤੇ ਨਿਰਭਰ ਨੇ, ਯਾਨੀ ਕਿ ਐਗਰੀਕਲਚਰ ਸੈਕਟਰ ਨਾਲ ਸੰਬੰਧ ਰੱਖਦੇ ਆ। ਐਗਰੀਕਲਚਰ ਸੈਕਟਰ ਤੋਂ ਬਾਅਦ ਜਿਸ ਸੈਕਟਰ ਨਾਲ ਸਭ ਤੋਂ ਵੱਧ ਹਿੰਦੁਸਤਾਨੀ ਵਾਬਸਤਾ ਨੇ, ਨਿਰਭਰ ਨੇ, ਉਹ ਹੈ MSME, ਮਾਈਕਰੋ ਸਮਾਲ ਮੀਡੀਅਮ ਇੰਟਰਪ੍ਰਾਈਜ਼ਸ। ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਖੇਤੀ ਨੂੰ ਲਾਹੇ ਦਾ ਸੌਦਾ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸ਼ੁਰੂ ਕੀਤੀ। ਹਾਲਾਂਕਿ ਇਸ ਫਸਲ ਬੀਮਾ ਯੋਜਨਾ ਦੇ ਤਹਿਤ ਕਿੰਨੇ ਕੁ ਕਿਸਾਨਾਂ ਦਾ ਕਾਇਆ ਕਲਪ ਹੋਇਆ ਇਹ ਤੁਸੀਂ ਸਾਰੇ ਜਾਣਦੇ ਹੋ। ਇੱਕ ਬਹੁਤ ਹੀ ਉੱਘੇ ਪੱਤਰਕਾਰ P ਸਾਈਨਾਥ ਦਾ ਦਾਅਵਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਜਾਂਚ ਕੀਤੀ ਜਾਵੇ ਤਾਂ ਇਹ ਰਫਾਲ ਡੀਲ ਘੁਟਾਲੇ ਤੋਂ ਵੀ ਵੱਡਾ ਘਪਲਾ ਹੈ। ਔਰ ਇਹ ਉਹਨਾਂ ਦਾ ਜੋ ਦਾਅਵਾ ਹੈ ਇਹ ਵਾਕਈ ਇੱਕ ਚਿੰਤਾ ਦਾ ਵਿਸ਼ਾ ਔਰ ਸੋਚਣ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਵਾਅਦੇ ਅਨੁਸਾਰ ਸ਼ਾਮ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ ਦੇਸ਼ ਨੂੰ ਮੁਖਾਤਿਬ ਹੋਏ ਔਰ ਉਹਨਾਂ ਨੇ ਇਸ 20 ਲੱਖ ਕਰੋੜ ਰੁਪਏ ਦੇ ਪੈਕੇਜ ਦੀ ਜਾਣਕਾਰੀ ਦਿੱਤੀ। ਹਾਲਾਂਕਿ ਉਹਨਾਂ ਨੇ ਅੱਧੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਅੱਧੀ ਜਾਣਕਾਰੀ ਅਗਲੇ ਦਿਨ ਸ਼ਾਮ ਨੂੰ ਦਿੱਤੀ ਜਾਵੇਗੀ। ਕਿਸ਼ਤਾਂ ਦੇ ਵਿੱਚ ਸਰਕਾਰ ਜਾਣਕਾਰੀ ਦੇ ਰਹੀ ਹੈ, ਇਹ ਸਮਝ ਤੋਂ ਪਰੇ ਦੀ ਗੱਲ ਹੈ। ਆਓ ਹੁਣ ਗੱਲ ਕਰਦੇ ਹਾਂ ਇਸ 20 ਲੱਖ ਕਰੋੜ ਦੇ ਪੈਕੇਜ ਦੀ। ਇਸ 20 ਲੱਖ ਕਰੋੜ ਦੇ ਪੈਕੇਜ ਦੇ ਜੋ ਦਾਅਵੇ ਨੇ ਉਹਨਾਂ ਦੀਆਂ ਤੰਗ ਗਲੀਆਂ ਦੇ ਵਿੱਚ ਜਾ ਕੇ ਆਵਾਰਗੀ ਕਰਕੇ ਫੈਕਟ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਕਿ ਅਕਸਰ ਇਹ 20 ਲੱਖ ਕਰੋੜ ਦਾ ਪੈਕੇਜ ਜਾਂ ਜੋ ਦਰਅਸਲ ਲੋਨ ਹੈ ਇਹ ਹੈ ਕੀ ਔਰ ਕਿਵੇਂ ਕਿਵੇਂ ਮਿਲੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ ਨੇ ਕਿਹਾ ਕਿ MSME ਜੋ ਨੇ ਮਾਈਕਰੋ ਸਮਾਲ ਮੀਡੀਅਮ ਇੰਟਰਪ੍ਰਾਈਜ਼ਸ, ਉਹਨਾਂ ਨੂੰ 3.5 ਲੱਖ ਕਰੋੜ ਰੁਪਏ ਦਾ ਲੋਨ ਦਿੱਤਾ ਜਾਵੇਗਾ।
ਹਾਲਾਂਕਿ MSME ਦੀ ਜੋ ਗਿਣਤੀ ਹੈ ਪਹਿਲਾਂ ਸਰਕਾਰ ਨੇ ਉਹਨੂੰ ਕੁਝ ਲੱਖ ਦੱਸਿਆ ਔਰ ਬਾਅਦ ਦੇ ਵਿੱਚ ਕੁਝ ਕਰੋੜ ਦੱਸ ਦਿੱਤਾ। ਹੁਣ ਇਸ 3.5 ਲੱਖ ਕਰੋੜ ਨੂੰ ਜੇ ਤੁਸੀਂ ਕੁਝ ਕਰੋੜ MSMEs ਦੇ ਵਿੱਚ ਵੰਡ ਦਿਓ ਜਾਂ ਕੁਝ ਲੱਖ ਦੇ ਵਿੱਚ ਵੀ ਵੰਡੋ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ MSME ਨੂੰ ਕੁਛ ਕੁ ਲੱਖ ਰੁਪਏ ਮਿਲਣਗੇ। ਮੇਰਾ ਖਿਆਲ 6 ਲੱਖ ਤੋਂ ਵੀ ਥੱਲੇ ਉਹਨਾਂ ਨੂੰ ਰੁਪਏ ਮਿਲਣਗੇ। ਜੇ 4.5 ਲੱਖ ਸਰਕਾਰ ਪਹਿਲਾਂ ਕਹਿ ਰਹੀ ਸੀ ਕਿ MSMEs ਹੈ, ਜੇ 4.5 ਲੱਖ ਦੇ ਯੂਨਿਟਸ ਨੂੰ 3.5 ਲੱਖ ਕਰੋੜ ਦੇ ਨਾਲ ਵੰਡ ਦਈਏ ਤਾਂ ਇੱਕ ਯੂਨਿਟ ਨੂੰ 6 ਲੱਖ ਕੁਛ ਰੁਪਏ ਆਏ। ਹੁਣ 6 ਲੱਖ ਕਰੋੜ ਦੇ ਵਿੱਚ ਕੀ ਉਹ ਆਪਣਾ ਬਿਜ਼ਨਸ ਖੜਾ ਕਰ ਪਾਉਣਗੇ? ਔਰ ਇਹ ਜੋ 3.5 ਲੱਖ ਕਰੋੜ ਰੁਪਇਆ ਕਰਜ਼ਾ ਹੈ, ਲੋਨ ਹੈ, ਇਹ ਅਕਤੂਬਰ ਤੋਂ ਮਿਲਣਾ ਸ਼ੁਰੂ ਹੋਣਾ ਹੈ। ਯਾਨੀ ਕਿ ਜੋ ਨੁਕਸਾਨ ਪਹਿਲਾਂ ਲਾਕਡਾਊਨ ਦੇ ਵਿੱਚ ਹੋ ਗਿਆ, ਹਾਲੇ ਲਾਕਡਾਊਨ ਚੱਲ ਰਿਹਾ, ਜੋ ਅੱਗੇ ਹੋਣਾ ਹੈ ਉਹੀ ਬਹੁਤ ਵੱਡਾ ਹੋ ਜਾਏਗਾ ਔਰ ਇਹ ਲੋਨ ਅਕਤੂਬਰ ਦੇ ਵਿੱਚ ਜਾ ਕੇ ਮਿਲੇਗਾ। ਪਰ ਜਿਹੜਾ ਹੁਣ ਨੁਕਸਾਨ ਹੋ ਰਿਹਾ ਹੈ, ਜਿਨ੍ਹਾਂ ਲੋਕਾਂ ਨੂੰ ਹੁਣ ਰੋਟੀ ਦੇ ਲਾਲੇ ਨੇ, ਉਹ ਲੋਕ ਕਿੱਧਰ ਜਾਣ, ਇਸ ਬਾਰੇ ਹਾਲੇ ਸਰਕਾਰ ਨੇ ਕੁਝ ਵੀ ਸਪਸ਼ਟ ਨਹੀਂ ਕੀਤਾ। ਰਵੀਸ਼ ਕੁਮਾਰ ਜੀ ਦੇ ਪ੍ਰਾਈਮ ਟਾਈਮ ਦੇ ਵਿੱਚ ਇੱਕ ਅਰਥ ਸ਼ਾਸਤਰੀ ਨੇ ਦਾਅਵਾ ਕੀਤਾ ਹੈ, ਉਹਨਾਂ ਨੇ ਕੁਝ ਅੰਕੜੇ ਦਿੱਤੇ ਆ। ਆਓ ਉਹਨਾਂ ਅੰਕੜਿਆਂ ਦੀ ਪੋਰਟਲੀ ਖੋਲ੍ਹਦੇ ਹਾਂ ਔਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦਰਅਸਲ ਇਹ 20 ਲੱਖ ਕਰੋੜ ਰੁਪਏ ਦੀ ਸੱਚਾਈ ਕੀ ਹੈ। ਉਹਨਾਂ ਨੇ ਪ੍ਰਾਈਮ ਟਾਈਮ ਦੇ ਵਿੱਚ ਦਾਅਵਾ ਕੀਤਾ ਹੈ ਕਿ 8 ਲੱਖ ਕਰੋੜ RBI ਪਹਿਲਾਂ ਹੀ ਜਾਰੀ ਕਰ ਚੁੱਕੀ ਹੈ ਤੇ ਪਿੱਛੇ ਬਚਿਆ 12 ਲੱਖ ਕਰੋੜ। ਯਾਨੀ ਕਿ ਇਸ 20 ਲੱਖ ਕਰੋੜ ਦੇ ਵਿੱਚ ਪ੍ਰਾਈਮ ਟਾਈਮ ਦੇ ਦਾਅਵੇ ਅਨੁਸਾਰ, ਇੱਕ ਅਰਥ ਸ਼ਾਸਤਰੀ ਦੇ ਦਾਅਵੇ ਅਨੁਸਾਰ 8 ਲੱਖ ਕਰੋੜ ਪੁਰਾਣਾ ਹੈ, ਜਿਹਨੂੰ ਇਸ 20 ਲੱਖ ਕਰੋੜ ਦੇ ਵਿੱਚ ਜੋੜ ਕੇ ਦੱਸਿਆ ਗਿਆ ਹੈ। ਪਿੱਛੇ ਬਚਦਾ ਫਿਰ 12 ਲੱਖ ਕਰੋੜ। ਉਹ ਜਿਹੜਾ RBI ਨੇ ਜਾਰੀ ਕੀਤਾ ਉਹ ਲਿਕੁਇਡਿਟੀ ਵਧਾਈ ਹੈ, ਯਾਨੀ ਕਿ ਇਹ ਲੋਨ ਦੀ ਜੋ ਲੋਨ ਦੇਣ ਦੀ ਪਰਸੈਂਟੇਜ ਹੈ ਉਹ ਵਧਾਈ ਹੈ। ਪਰ ਹੁਣ ਸਵਾਲ ਇੱਥੇ ਇਹ ਵੀ ਪੈਦਾ ਹੁੰਦਾ ਹੈ ਕਿ ਜੋ ਇਨਸਾਨ ਬਹੁਤ ਘਾਟੇ ਦੇ ਵਿੱਚ ਚੱਲ ਰਿਹਾ ਹੈ, ਸਰਕਾਰ ਲੋਨ ਦੇ ਰਹੀ ਹੈ ਪਰ ਲੋਨ ਲਏਗਾ ਕੌਣ? ਕਿਉਂਕਿ ਜਦੋਂ ਲੋਨ ਲੈਣਾ ਹੈ ਤਾਂ ਲੋਨ ਭਰਨਾ ਵੀ ਪੈਣਾ ਹੈ ਤੇ ਜ਼ਾਹਿਰ ਜੀ ਗੱਲ ਹੈ ਕਿ ਬੈਂਕ ਉਸ ਬੰਦੇ ਨੂੰ ਲੋਨ ਦੇਗਾ ਜਿਹੜਾ ਲੋਨ ਭਰ ਸਕਦਾ ਹੈ। ਜਿਹੜਾ ਲੋਨ ਨਹੀਂ ਭਰ ਸਕਦਾ, ਜੋ MSME ਬਿਲਕੁਲ ਬਰਬਾਦ ਹੋ ਚੁੱਕੀ ਹੈ ਇਸ ਲੋਕਡਾਊਨ ਦੇ ਵਿੱਚ, ਬੈਂਕ ਉਹਨਾਂ ਨੂੰ ਕਿਉਂ ਲੋਨ ਦੇਗਾ? ਸੋ ਇਸ 8 ਲੱਖ ਕਰੋੜ ਨੂੰ ਜੇ ਕੱਢ ਲਈਏ ਤਾਂ ਇੱਕ ਦਾਅਵਾ ਇਹ ਵੀ ਉਸ ਸ਼ੋਅ ਦੇ ਵਿੱਚ ਕੀਤਾ ਗਿਆ ਕਿ 5 ਲੱਖ ਕਰੋੜ RBI MSMEs ਨੂੰ ਹੋਰ ਦੇਣ ਦੀ ਪਲੈਨਿੰਗ ਕਰ ਰਹੀ ਹੈ। ਯਾਨੀ ਕਿ ਬੈਂਕਾਂ ਦੇ ਵਿੱਚ ਇਹ ਚਰਚਾ ਹੈ ਕਿ 5 ਲੱਖ ਕਰੋੜ RBI ਹੋਰ ਵਧਾ ਸਕਦੀ ਹੈ। ਹੁਣ 8 ਤੇ 5 13 ਲੱਖ ਕਰੋੜ ਹੋ ਗਿਆ ਤੇ ਪਿੱਛੇ ਬਚਦਾ ਜਨਾਬ 7 ਲੱਖ ਕਰੋੜ। ਯਾਨੀ ਕਿ ਇਹ ਵੀ 5 ਲੱਖ ਕਰੋੜ ਉਸ 20 ਲੱਖ ਕਰੋੜ ਦੇ ਵਿੱਚ ਜੋੜ ਕੇ ਦੱਸਿਆ ਜਾ ਰਿਹਾ ਹੈ। ਇਹ ਜਿਹੜੀ 5 ਲੱਖ ਕਰੋੜ ਦੀ ਸਕੀਮ RBI ਦੇਣ ਜਾ ਰਹੀ ਹੈ, ਇਹ ਦਾਅਵਾ ਕੀਤਾ ਜਾ ਰਿਹਾ ਹੈ ਪ੍ਰਾਈਮ ਟਾਈਮ ਦੇ ਉੱਤੇ। ਇਹਦੇ ਵਿੱਚ ਇੱਕ ਸ਼ਰਤ ਇਹ ਹੋ ਸਕਦੀ ਹੈ ਕਿ ਜੋ MSMEs ਨੂੰ ਲੋਨ ਦਿੱਤਾ ਜਾਏਗਾ ਉਹਦੀ ਕੁਛ ਗਾਰੰਟੀ ਸਰਕਾਰ ਲੈ ਸਕਦੀ ਹੈ। ਯਾਨੀ ਕਿ ਜੇ 5 ਲੱਖ ਕਰੋੜ ਰੁਪਇਆ ਉਹਨਾਂ ਦਾ ਡੁੱਬਦਾ ਹੈ ਤਾਂ ਉਹਦੇ ਵਿੱਚੋਂ 2 ਜਾਂ 3 ਲੱਖ ਕਰੋੜ ਦੀ ਸਰਕਾਰ ਗਾਰੰਟੀ ਲਵੇਗੀ ਕਿ ਜੇ ਪੈਸੇ ਡੁੱਬ ਵੀ ਜਾਂਦੇ ਆ ਤਾਂ ਉਹਦਾ ਕੁਛ % ਅਸੀਂ ਤੁਹਾਨੂੰ ਵਾਪਸ ਕਰਾਂਗੇ। RBI ਨੂੰ ਸਰਕਾਰ ਗਾਰੰਟੀ ਲੈ ਸਕਦੀ ਹੈ। ਹੁਣ 7000 ਕਰੋੜ ਪਹਿਲਾਂ ਹੀ ਐਲਾਨਿਆ ਜਾ ਚੁੱਕਿਆ। ਪਿੱਛੇ ਜੋ ਬਚਦਾ ਹੈ ਉਹ ਤੁਸੀਂ ਆਪ ਹਿਸਾਬ ਲਾ ਲਓ। ਇਹਦੇ ਵਿੱਚੋਂ ਵੀ ਕੁਝ ਪੁਰਾਣੇ ਫੰਡਾਂ ਨੂੰ, ਜੋ ਪੁਰਾਣੇ ਫੰਡ ਇਸ ਤੋਂ ਪਹਿਲਾਂ ਸਰਕਾਰ ਨੇ ਜਾਰੀ ਕੀਤੇ ਆ, ਕੁਝ ਮਨਰੇਗਾ ਨੂੰ, ਕੁਝ ਹੋਰ ਮਹਿਕਮਿਆਂ ਨੂੰ, ਉਹਨਾਂ ਨੂੰ ਨਵਾਂ ਕਰਕੇ ਦਿਖਾਇਆ ਜਾ ਸਕਦਾ ਹੈ। ਯਾਨੀ ਕਿ ਕੁੱਲ ਮਿਲਾ ਕੇ 3-4 ਲੱਖ ਕਰੋੜ ਦਾ ਹੀ ਇਹ ਪੈਕੇਜ ਹੈਗਾ, ਜਿਹਨੂੰ 20 ਲੱਖ ਕਰੋੜ ਦਾ ਦੱਸਿਆ ਜਾ ਰਿਹਾ। ਇਹ ਦਾਅਵਾ ਬਹੁਤ ਮਕਬੂਲ ਸ਼ੋਅ ਪ੍ਰਾਈਮ ਟਾਈਮ ਤੇ ਇੱਕ ਅਰਥ ਸ਼ਾਸਤਰੀ ਨੇ ਕੀਤਾ ਹੈ। 8 ਲੱਖ ਕਰੋੜ ਪਹਿਲਾਂ ਜਾਰੀ ਹੋ ਗਿਆ, 5 ਲੱਖ ਕਰੋੜ ਸਰਕਾਰ ਹੋਰ ਦੇਗੀ, ਯਾਨੀ ਕਿ ਹੋ ਗਿਆ 13 ਲੱਖ ਕਰੋੜ। ਪਿੱਛੇ ਬਚਦਾ 7 ਲੱਖ ਕਰੋੜ। ਉਹਦੇ ਵਿੱਚੋਂ ਵੀ ਕਿਹਾ ਇਹ ਜਾ ਰਿਹਾ ਹੈ ਕਿ ਕੁਝ ਪੁਰਾਣੇ ਫੰਡ ਉਹਦੇ ਵਿੱਚੋਂ ਵੀ ਪਹਿਲਾਂ ਸਰਕਾਰ ਦੇ ਚੁੱਕੀ ਹੈ ਮਨਰੇਗਾ ਨੂੰ ਜਾਂ ਹੋਰ ਸਕੀਮਸ ਨੂੰ। ਤਾਂ ਪਿੱਛੇ ਬਚਦਾ ਜਨਾਬ 5-6 ਲੱਖ ਕਰੋੜ। ਤਾਂ ਉਹਦੇ ਵਿੱਚੋਂ ਵੀ ਉਹਨਾਂ ਨੇ ਕਹਿਣਾ ਕਿ ਸਰਕਾਰ 3-4 ਲੱਖ ਕਰੋੜ ਹੀ ਲਾਏਗੀ। ਤਾਂ ਹੁਣ ਇਹ 20 ਲੱਖ ਕਰੋੜ ਰੁਪਏ ਦਾ ਜਿਹੜਾ ਖਿਆਲੀ ਪੁਲਾਓ ਜਿਹੜਾ ਦੇਸ਼ ਦੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ, ਉਹਦੀ ਇਹ ਸੱਚਾਈ ਹੈ। ਸੋ ਹੁਣ ਇੱਕ ਸਵਾਲ ਇੱਥੇ ਵੀ ਪੈਦਾ ਹੁੰਦਾ ਕਿ ਕੀ ਦੇਸ਼ ਦੇ ਨਾਗਰਿਕਾਂ ਨੂੰ ਇਸ 20 ਲੱਖ ਕਰੋੜ ਦੇ ਉੱਤੇ ਭਰੋਸਾ ਹੈ? ਤੁਸੀਂ ਇੰਟਰਨੈਟ ਖੋਲ੍ਹੋ ਜਨਾਬ, ਕਿਉਂਕਿ ਇੰਟਰਨੈਟ ਦਾ ਜ਼ਮਾਨਾ ਹੈ ਔਰ ਭਾਰਤ ਵਿੱਚ ਪੂਰੀ ਦੁਨੀਆ ਤੋਂ ਸਸਤਾ ਜਿਹੜਾ ਇੰਟਰਨੈਟ ਮਿਲਦਾ ਹੈ। ਲੋਕ ਇਹ ਸਵਾਲ ਕਰ ਰਹੇ ਹੈ ਕਿ ਪਹਿਲਾਂ ਸਾਡੇ 15-15 ਲੱਖ ਰੁਪਏ ਕਿੱਧਰ ਗਏ, ਜੋ ਤੁਸੀਂ ਕਾਲਾ ਧਨ ਲਿਆ ਕੇ ਸਾਡੇ ਖਾਤੇ ਦੇ ਵਿੱਚ ਪਾਉਣੇ ਸੀ,
ਉਹ 15 ਲੱਖ ਕਿੱਥੇ ਆ। ਔਰ ਇੱਕ ਇਨਸਾਨ ਨੇ ਤਾਂ ਇੱਥੋਂ ਤੱਕ ਕਿਹਾ ਕਿ 15 ਲੱਖ ਤਾਂ ਛੱਡੋ ਜਨਾਬ, ਲੋਕਡਾਊਨ ਦਾ ਸਮਾਂ ਅਸੀਂ ਬਹੁਤ ਬੁਰੇ ਹਾਲਾਤ ਦੇ ਵਿੱਚ 15 ਹਜ਼ਾਰ ਹੀ ਸਾਡੇ ਖਾਤੇ ਵਿੱਚ ਪਾ ਦਿਓ। ਸੋ ਜਿਵੇਂ 15 ਲੱਖ ਦੀ ਲੋਕਾਂ ਨੂੰ ਉਮੀਦ ਸੀ, ਲੋਕਾਂ ਨੇ ਉਸ ਚੱਕਰ ਦੇ ਵਿੱਚ ਵੋਟ ਪਾਈ ਸੀ, ਹੁਣ ਉਹ ਉਮੀਦ ਲੋਕਾਂ ਦੀ ਟੁੱਟ ਗਈ। ਸੋ ਉਸ ਤੋਂ ਬਾਅਦ ਲੋਕ ਖੁਦ ਬ ਖੁਦ ਇਸ 20 ਲੱਖ ਕਰੋੜ ਦੇ ਪੈਕੇਜ ਦੇ ਉੱਤੇ ਸਵਾਲ ਚੁੱਕ ਰਹੇ ਹੈ, ਔਰ ਸਵਾਲ ਮੁੱਖ ਮੰਤਰੀਆਂ ਨੇ ਵੀ ਚੁੱਕਿਆ। ਸੂਬਿਆਂ ਦੇ ਮੁੱਖ ਮੰਤਰੀਆਂ ਦਾ ਕਹਿਣਾ ਹੈ, ਜਿਹਦੇ ਵਿੱਚ ਆਵਾਜ਼ ਉਠਾਈ ਹੈ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ। ਉਹਨਾਂ ਨੇ ਕਿਹਾ ਕਿ ਇਹ ਪੈਸਾ ਕੇਂਦਰ ਸਰਕਾਰ ਸੂਬਿਆਂ ਲਈ ਇਹਦੇ ਵਿੱਚੋਂ ਕੁਝ ਨਹੀਂ ਦੇ ਰਹੀ। ਇਸ 20 ਲੱਖ ਕਰੋੜ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰਾਂ ਲਈ ਕੀ ਹੈ, ਇਹ ਤਾਂ ਸਾਰੀ ਕੇਂਦਰ ਦੀ ਸਕੀਮ ਹੈ, ਤਾਂ ਸੂਬਿਆਂ ਨੂੰ ਇਸ ਤੋਂ ਕੀ ਫਾਇਦਾ ਹੋਏਗਾ। ਸੋ ਹੁਣ ਇਹ ਪੈਕੇਜ ਜਾਂ ਕਹਿ ਲਓ ਕਿ ਇਹ ਲੋਨ ਕਿੰਨਾ ਕੁ ਦੇਸ਼ ਦੀ ਆਰਥਿਕਤਾ ਅਤੇ ਦੇਸ਼ ਦੇ ਲੋਕਾਂ ਦੇ ਹਾਲਾਤ ਸੁਧਾਰਦਾ, ਇਹ ਤਾਂ ਵਕਤ ਦੱਸੇਗਾ। ਪਰ ਇਸ ਪੈਕੇਜ ਨੂੰ ਐਲਾਨਣ ਦਾ ਸਮਾਂ ਕੀ ਹੈ, ਸਹੀ ਸਮਾਂ ਸੀ ਇਸ ਪੈਕੇਜ ਨੂੰ ਐਲਾਨਣ ਦਾ, ਕੀ ਇਹ ਪਹਿਲਾਂ ਨਹੀਂ ਐਲਾਨਣਾ ਚਾਹੀਦਾ ਸੀ, ਤੇ ਕੀ ਇਹਦਾ ਸਰਕਾਰ ਨੂੰ ਅੱਧ ਪਚੱਦਾ ਬਿਊਰਾ ਲੋਕਾਂ ਸਾਹਮਣੇ ਰੱਖਣਾ। ਕਿਉਂਕਿ ਪਹਿਲਾਂ ਮੋਦੀ ਜੀ ਕਹਿੰਦੇ ਆ ਬਿਊਰਾ ਨਿਰਮਲਾ ਜੀ ਦੇਣਗੇ, ਨਿਰਮਲਾ ਜੀ ਅੱਧਾ ਕੁ ਬਿਊਰਾ ਦੇ ਕੇ ਆਖਦੇ ਆ ਕਿ ਅੱਧਾ ਕੁ ਅਸੀਂ ਕੱਲ੍ਹ ਨੂੰ ਦੇਵਾਂਗੇ। ਕੀ ਇਹ ਦੋਵੇਂ ਚੀਜ਼ਾਂ ਸਹੀ ਨੇ? ਇਹ ਜ਼ਿੰਮੇਵਾਰੀ ਹੁਣ ਪੱਤਰਕਾਰਾਂ ਦੀ ਬਣਦੀ ਹੈ ਕਿ ਉਹ ਹਕੂਮਤ ਨੂੰ ਸਵਾਲ ਪੁੱਛਣ ਕਿ ਇਹਦਾ ਪੈਕੇਜ ਅਤੇ ਬਿਊਰਾ ਕੀ ਸਹੀ ਹੈ ਜਾਂ ਗਲਤ, ਅਤੇ ਕੀ ਲੋਕ ਵੀ ਹੁਣ ਆਪਣੀ ਜ਼ਿੰਮੇਵਾਰੀ ਸਮਝ ਕੇ ਕਿ ਜੋ ਲੋਕਡਾਊਨ ਦੇ ਵਿੱਚ ਉਹਨਾਂ ਨੂੰ तमाम ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿ ਅਗਲੀਆਂ ਚੋਣਾਂ ਵੇਲੇ ਉਹ ਹੁਕਮਰਾਨਾਂ ਨੂੰ ਇਹ ਸਵਾਲ ਪੁੱਛਣਗੇ ਕਿ ਉਦੋਂ ਤੁਸੀਂ ਕਿੱਥੇ ਸੀ ਜਦੋਂ ਸਾਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਤੇ ਕੀ ਲੋਕ ਆਪਣੀ ਪੁਰਾਣੀ ਰੀਤ ਛੱਡ ਕੇ ਇਸ ਵਾਰ ਅਗਲੀਆਂ ਚੋਣਾਂ ਦੇ ਵਿੱਚ ਕੀ ਸੋਚਣਗੇ ਕਿ ਸਾਨੂੰ ਕਿਹੋ ਜਿਹੀ ਸਰਕਾਰ, ਕਿਹੋ ਜਿਹੇ ਨੇਤਾ ਚਾਹੀਦੇ ਨੇ। ਔਰ ਜੇ ਗੱਲ ਕਰੀਏ ਇਸ 20 ਲੱਖ ਕਰੋੜ ਦੇ ਪੈਕੇਜ ਦੀ, ਤਾਂ ਕਿਤੇ ਇਹ ਇੰਜ ਤਾਂ ਸਾਬਤ ਨਹੀਂ ਹੋ ਜਾਏਗਾ कि तुमने बात की थी मेरी चुनरी में तारे सजाने की, तुम तो जाना मेरी चुनरी ही चुरा के ले गई। सत श्री अकाल।